ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇਨਫੋਕਸ ਦੇ ਅੱਜ ਦੇ ਇਸ ਐਪੀਸੋਡ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋ ਬਾਈਡਨ ਦੀ ਪ੍ਰੈਜ਼ੀਡੈਂਸੀ ਦਾ ਕੈਨੇਡਾ ਅਤੇ ਅਮਰੀਕਾ ਦੇ ਰਿਸ਼ਤਿਆਂ ਉੱਤੇ ਕਿਸ ਤਰ੍ਹਾਂ ਦਾ ਅਸਰ ਪਏਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਨੂੰ ਕਿਸ ਤਰ੍ਹਾਂ ਦੀਆਂ ਅਪਰਚੁਨਿਟੀਜ਼ ਅਤੇ ਚੈਲੰਜਸ ਦਾ ਸਾਹਮਣਾ ਕਰਨਾ ਪਏਗਾ, ਇਸੇ ਸੰਬੰਧੀ ਗੱਲਬਾਤ ਲਈ ਸਾਡੇ ਨਾਲ ਲਾਈਨ ਤੇ ਮੌਜੂਦ ਹਨ ਪੰਜਾਬੀ ਪੋਸਟ ਨਿਊਜ਼ਪੇਪਰ ਦੇ ਚੀਫ ਐਡੀਟਰ ਜਗਦੀਸ਼ ਗਰੇਵਾਲ ਅਤੇ ਡੇਜ਼ਾਡੈਂਸ ਫਾਈਨੈਂਸ਼ੀਅਲ ਸਿਕਿਉਰਿਟੀ ਇੰਡੀਪੈਂਡੈਂਟ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਪਰਮਿੰਦਰ ਚੌਹਾਨ। ਪਰਮਿੰਦਰ ਚੌਹਾਨ ਨੈਸ਼ਨਲੀ ਅਤੇ ਇੰਟਰਨੈਸ਼ਨਲੀ 36 ਚੈਰਿਟੀਜ਼ ਨੂੰ ਸਪੋਰਟ ਕਰ ਰਹੇ ਹਨ। ਇਸ ਦੇ ਨਾਲ ਹੀ 2 ਐਮੀ ਅਵਾਰਡਸ ਜਿੱਤ ਚੁੱਕੀ ਹਾਲੀਵੁੱਡ ਡਾਕੂਮੈਂਟਰੀ ਫਿਲਮ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਵੀ ਹਨ। ਸਤਿ ਸ਼੍ਰੀ ਅਕਾਲ ਜਗਦੀਸ਼ ਜੀ, ਸਤਿ ਸ਼੍ਰੀ ਅਕਾਲ ਪਰਮਿੰਦਰ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਦੋਹਾਂ ਦਾ ਸਾਡੇ ਸ਼ੋਅ ਦੇ ਵਿੱਚ। ਥੈਂਕ ਯੂ ਸੋ ਮਚ ਜੀ, ਧੰਨਵਾਦ। ਔਰ ਪੀਟੀਸੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੇ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਪਰਮਿੰਦਰ ਚੌਹਾਨ ਵੱਲੋਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਮੈਨੂੰ ਇਨਵਾਈਟ ਕਰਨ ਲਈ ਤੇ ਸਾਰੇ ਇਸ ਪ੍ਰੋਗਰਾਮ ਨੂੰ ਦੇਖਣ ਵਾਲਿਆਂ ਲਈ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਮੈਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਇਸ ਵੇਲੇ ਸਾਰਿਆਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ ਕਿ ਕੈਨੇਡਾ ਔਰ ਅਮਰੀਕਾ ਦੇ ਜਿਹੜੇ ਰਿਲੇਸ਼ਨਸ ਹਨ ਉਹ ਕਿਸ ਤਰ੍ਹਾਂ ਰਹਿਣਗੇ। ਜੋ ਬਾਈਡਨ ਦੀ ਪ੍ਰੈਜ਼ੀਡੈਂਸੀ ਤੋਂ ਬਾਅਦ ਹਰ ਕੋਈ ਕੈਨੇਡਾ ਅਮਰੀਕਾ ਰਿਲੇਸ਼ਨਸ ਉੱਤੇ ਗੱਲਬਾਤ ਕਰ ਰਿਹਾ ਹੈ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਾਂਗੀ ਕੀਸਟੋਨ ਐਕਸਐਲ ਪਾਈਪਲਾਈਨ ਪ੍ਰੋਜੈਕਟ ਜਿਹੜਾ ਜੋ ਬਾਈਡਨ ਵੱਲੋਂ ਕੈਂਸਲ ਕੀਤਾ ਗਿਆ ਹੈਗਾ। ਬੇਸ਼ੱਕ ਉਹ ਸ਼ੁਰੂ ਤੋਂ ਹੀ ਕਹਿ ਰਹੇ ਸੀਗੇ, ਆਪਣੀ ਚੋਣ ਮੁਹਿੰਮ ਦੇ ਵਿੱਚ ਉਹਨਾਂ ਨੇ ਡੈਫੀਨੇਟਲੀ ਮੈਂਸ਼ਨ ਕੀਤਾ ਸੀਗਾ ਕਿ ਜੇ ਉਹ ਪ੍ਰੈਜ਼ੀਡੈਂਟ ਬਣਦੇ ਨੇ ਤੇ ਪਹਿਲੀ ਤਰਜੀਹ ਉਹਨਾਂ ਦੀ ਇਹੀ ਹੋਏਗੀ ਕਿ ਉਹ ਇਸ ਪ੍ਰੋਜੈਕਟ ਨੂੰ ਕੈਂਸਲ ਕਰਨਗੇ। ਬੇਸ਼ੱਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਬਰਟਾ ਦੇ ਜਿਹੜੇ ਪ੍ਰੀਮੀਅਰ ਹੈਗੇ ਨੇ ਜੇਸਨ ਕੈਨੀ ਵੱਲੋਂ ਵੀ ਰਿਕੁਐਸਟ ਕੀਤੀ ਗਈ ਕਿ ਜੋ ਬਾਈਡਨ ਇੱਕ ਵਾਰੀ ਇਸ ਦੀਆਂ ਜਿਹੜੀ ਬੈਨੀਫਿਟਸ ਹੈਗੇ ਨੇ ਇਸ ਪ੍ਰੋਜੈਕਟ ਦੇ ਉਹ ਸੁਣਨ, ਪਰ ਜੋ ਬਾਈਡਨ ਨੇ ਇਸ ਨੂੰ ਕੰਸੀਡਰ ਨਹੀਂ ਕੀਤਾ, ਉਹਨਾਂ ਨੇ ਨਹੀਂ ਸੁਣੀ ਐਂਡ ਇਹ ਪ੍ਰੋਜੈਕਟ ਸਿੱਧਾ ਕੈਂਸਲ ਕਰ ਦਿੱਤਾ। ਜਗਦੀਸ਼ ਜੀ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕੀ ਲੱਗਦਾ ਹੈ ਤੁਹਾਨੂੰ ਇਸ ਪੂਰੇ ਮਾਮਲੇ ਦਾ ਕਿਸ ਤਰ੍ਹਾਂ ਦਾ ਅਸਰ ਪਏਗਾ ਦੋਵਾਂ ਦੇਸ਼ਾਂ ਦੇ ਰਿਲੇਸ਼ਨ ਉੱਤੇ? ਜੀ, ਔਰ ਇਸ ਦੇ ਬਾਰੇ ਸਭ ਤੋਂ ਪਹਿਲਾਂ ਸਭ ਨੂੰ ਪਤਾ ਹੀ ਸੀਗਾ ਕਿ ਜੋ ਬਾਈਡਨ ਸਾਹਿਬ ਨੇ ਆਪਣੇ ਕੈਂਪੇਨ ਦੇ ਵਿੱਚ ਵੀ ਇਹ ਵਾਅਦਾ ਕੀਤਾ ਸੀਗਾ ਕਿ ਉਹ ਕੀਸਟੋਨ ਐਕਸਲ ਪਾਈਪਲਾਈਨ ਦਾ ਜਿਹੜਾ ਐਕਸਟੈਂਸ਼ਨ ਪਰਮਿਟ ਹੈ ਉਸ ਨੂੰ ਕੈਂਸਲ ਕਰ ਦੇਣਗੇ। ਸੋ ਇਸ ਆਉਂਦਿਆਂ ਹੀ ਇੰਨੀ ਛੇਤੀ ਕਰ ਦੇਣਗੇ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ, ਪਰ ਇਹ ਉਹਨਾਂ ਨੇ ਆਲਰੇਡੀ ਦੱਸ ਦਿੱਤਾ ਸੀ ਆਪਣੇ ਕੈਂਪੇਨ ਦੇ ਦੌਰਾਨ ਕਿ ਅਸੀਂ ਇਸ ਨੂੰ ਕੈਂਸਲ ਕਰਾਂਗੇ। ਸੋ ਉਹਨਾਂ ਨੇ ਆਉਂਦਿਆਂ ਨੇ ਇਸ ਨੂੰ ਕੈਂਸਲ ਕੀਤਾ ਤੇ ਹੁਣ ਜਿਵੇਂ ਇਸ ਤਰ੍ਹਾਂ ਪੂਰਾ ਕੈਨੇਡਾ ਇਹ ਸਾਰੀ ਘਟਨਾਕ੍ਰਮ ਨੂੰ ਦੇਖ ਰਿਹਾ ਹੈ, ਸਵਾਏ ਪ੍ਰੀਮੀਅਰ ਜੇਸਨ ਕੈਨੀ ਔਰ ਅਲਬਰਟਾ ਦੇ ਲੋਕਾਂ ਤੋਂ ਇਲਾਵਾ ਬਾਕੀ ਜੋ ਕੈਨੇਡਾ ਦੇ ਲੋਕ ਨੇ ਇਸ ਸਮੇਂ ਇਸ ਨੂੰ ਬੜੇ ਸਬਰ ਦੇ ਨਾਲ ਔਰ ਬੜੀ ਇੱਕ ਠਰੰਬੇ ਦੇ ਨਾਲ ਸਾਰੇ ਇਸ ਵਰਤਾਰੇ ਨੂੰ ਦੇਖ ਰਹੇ ਨੇ ਤੇ ਔਰ ਇਹਦੇ ਤੇ ਆਪਣੀ ਜਿਹੜੀ ਵਿਚਾਰ ਚਰਚਾ ਉਹ ਕਰ ਰਹੇ ਨੇ ਇਹਦੇ ਪਿੱਛੇ ਕਿ ਜੋ ਬਾਈਡਨ ਇਸ ਦਾ ਬਦਲ ਕੀ ਦੇਵੇਗਾ ਔਰ ਇਸ ਦੇ ਨਤੀਜੇ ਕੀ ਹੋਣਗੇ। ਇਹ ਸਾਰੇ ਕਾਸੇ ਨੂੰ ਬੜਾ ਧਿਆਨ ਦੇ ਨਾਲ ਇਸ ਸਮੇਂ ਦੇਖਿਆ ਜਾ ਰਿਹਾ। ਅਲਬਰਟਾ ਤੋਂ ਇਲਾਵਾ ਬਾਕੀ ਕੈਨੇਡਾ ਦੇ ਉੱਤੇ ਹੋਰ ਇਸ ਦਾ ਕੀ ਅਸਰ ਪਵੇਗਾ, ਇਸ ਦੇ ਉੱਤੇ ਚਰਚਾ ਇਸ ਸਮੇਂ ਚੱਲੀ ਹੋਈ ਹੈ। ਪਰ ਕੈਨੇਡਾ ਨੇ ਇਸ ਨੂੰ ਅਲਬਰਟਾ ਤੋਂ ਹਟ ਕੇ ਬਾਕੀ ਕੈਨੇਡਾ ਨੇ ਇਸ ਨੂੰ ਬੜੇ ਇੱਕ ਠਰੰਬੇ ਦੇ ਨਾਲ ਇੱਕ ਸ਼ਾਂਤਮਈ ਸੁਭਾਅ ਦੇ ਨਾਲ ਇਹ ਸਾਰੇ ਨੂੰ ਲਿਆ ਹੈ ਕਿ ਜਿਸ ਤਰ੍ਹਾਂ ਜੋ ਬਾਈਡਨ ਸਾਹਿਬ ਨੇ ਆਉਂਦਿਆਂ ਹੀ ਐਗਜ਼ੈਕਟਿਵ ਆਰਡਰ ਸਾਈਨ ਕਰਕੇ ਇਸ ਨੂੰ ਕੈਂਸਲ ਕੀਤਾ। ਜੀ ਪਰਮਿੰਦਰ ਜੀ, ਇਸ ਪੂਰੀ ਸਿਚੁਏਸ਼ਨ ਉੱਤੇ ਤੁਹਾਡਾ ਕੀ ਵਿਚਾਰ ਹੈਗਾ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਆਈ ਥਿੰਕ ਇਹਦਾ ਬਹੁਤ ਵੱਡਾ ਇੰਪੈਕਟ ਹੈਗਾ ਜਿਹੜਾ ਕੈਨੇਡਾ ਦੇ ਵਿੱਚ ਆਇਲ ਇੰਡਸਟਰੀ ਦਾ ਜਿਹੜਾ ਜੌਬ ਲਾਸ ਸਿਚੁਏਸ਼ਨ ਅਸੀਂ ਪਹਿਲਾਂ ਹੀ ਬਹੁਤ ਕ੍ਰਾਈਸਿਸ ਫੇਸ ਕਰ ਰਹੇ ਹਾਂ। ਕੈਨੇਡਾ ਇਕੱਲਾ ਅਲਬਰਟਾ ਹੀ ਨਹੀਂ ਇਹ 'ਤੇ ਡਿਪੈਂਡਡ, ਹੋਰ ਵੀ ਬੜੀਆਂ ਜੌਬ ਜਿਹੜੀਆਂ ਇਹਦੇ ਡਿਪੈਂਡਡ ਹੈਗੀਆਂ, ਜਿਹਦਾ ਹੈੱਡ ਆਫਿਸ ਹੈਗੇ ਆ। ਸੋ ਕਾਫੀ ਜਿਹੜਾ ਵੱਡਾ ਇੰਪਲੋਇਮੈਂਟ ਦਾ ਸੈਕਟਰ ਇਹ ਹੈਗਾ, ਸੋ ਇਹਦਾ ਕਾਫੀ ਵੱਡਾ ਇੰਪੈਕਟ ਹੈਗਾ ਸਾਡੀ ਇਕੋਨਮੀ ਦੇ ਉੱਤੇ। ਜੀ ਜੀ, ਜਗਦੀਸ਼ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨੀਆਂ ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ ਇਸ ਨਾਲ ਦੋਵਾਂ ਦੇਸ਼ਾਂ ਨੂੰ? ਸੋ ਫਾਰ ਐਗਜ਼ੈਕਟ ਨੰਬਰ ਕੋਈ ਵੀ ਨਹੀਂ। ਜਿਸ ਤਰ੍ਹਾਂ ਪਰਮਿੰਦਰ ਜੀ ਨੇ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਕਹੀ ਜਾ ਰਹੀ ਹੈ ਕਿ ਹਜ਼ਾਰਾਂ ਦੇ ਵਿੱਚ ਜੌਬ ਲਾਸ ਹੋਵੇਗਾ ਤੇ ਇਸ ਦਾ ਵੱਡਾ ਰਿਪਲ ਇਫੈਕਟ ਵੀ ਹੋਵੇਗਾ। ਨਾਟ ਓਨਲੀ ਦ ਪੀਪਲ ਹੂ ਆਰ ਵਰਕਿੰਗ ਇਨ ਦ ਕੀਸਟੋਨ ਪਾਈਪਲਾਈਨ, ਉਹਦੇ ਤੇ ਜਿਹੜੇ ਕੰਮ ਕਰ ਰਹੇ ਆ, ਜਿਹੜੇ ਇਸ ਦੇ ਨਾਲ ਸੰਬੰਧਿਤ ਹੋਰ ਚਾਹੇ ਉਹ ਟਰੱਕਿੰਗ ਇੰਡਸਟਰੀ ਹੈ, ਚਾਹੇ ਉਹ ਮੈਨੂਫੈਕਚਰਿੰਗ ਇੰਡਸਟਰੀ ਹੈ, ਚਾਹੇ ਹੋਰ ਵੀ ਹੈ, ਉਹਦਾ ਰਿਪਲ ਇਫੈਕਟ ਜਿਹੜਾ ਵੱਡਾ ਹੋਵੇਗਾ। ਬਾਕੀ ਜਿਹੜਾ ਇਸ ਸਮੇਂ ਜੇ ਅਸੀਂ ਕਹੀਏ ਕਿ ਇੱਕਦਮ ਹੀ ਜਿਹੜਾ ਇਹ ਆਪਣੇ ਅਲਬਰਟਾ ਨੂੰ ਵੱਡਾ ਘਾਟਾ ਪਵੇਗਾ, ਦੇਖੋ ਅਲਬਰਟਾ ਤੋਂ ਆਲਰੇਡੀ ਅਮਰੀਕਾ ਨੂੰ ਤੇਲ ਜਾ ਰਿਹਾ ਵਾ। ਕੀਸਟੋਨ ਐਕਸਲ ਪਾਈਪਲਾਈਨ ਪਹਿਲਾਂ ਜਿੰਨੀ ਉਹਦੀ ਆਪਣੀ ਪਹਿਲਾ ਰੂਟ ਆ ਜਿਹੜਾ ਪੁਰਾਣਾ ਬਣਿਆ ਹੋਇਆ ਉਸ ਦੇ ਹਿਸਾਬ ਦੇ ਨਾਲ ਆਪਣਾ ਡਿਲੀਵਰ ਕਰ ਰਹੀ ਹੈ। ਪਲੱਸ 5 ਲੱਖ ਬੈਰਲ ਪਰ ਡੇ ਟ੍ਰੇਨ ਦੇ ਰਾਹੀਂ ਇਸ ਸਮੇਂ ਤੇਲ ਅਲਬਰਟਾ ਤੋਂ ਅਮਰੀਕਾ ਨੂੰ ਜਾ ਰਿਹਾ। ਸੋ ਇਹ ਜਿਹੜੀ ਪਾਈਪਲਾਈਨ ਸੀ ਇਹਦੇ ਨਾਲ 8 ਲੱਖ ਬੈਰਲ ਪਰ ਡੇ ਵੱਡੀ ਸੀਗੀ ਇਹ ਪਾਈਪਲਾਈਨ, ਪਲੱਸ ਇਹਦਾ ਰੂਟ ਬਹੁਤ ਛੋਟਾ ਸੀਗਾ।
ਸ਼ੁਰੂ ਤੋਂ ਹੀ ਜਦੋਂ ਬਰਾਕ ਓਬਾਮਾ ਸਾਹਿਬ ਤੇ ਇਧਰੋਂ ਹਾਰਪਰ ਸਾਹਿਬ ਇਸ ਦੇ ਉੱਤੇ ਆਪਣਾ ਸਮਝੌਤਾ ਕਰ ਰਹੇ ਸੀ, ਉਦੋਂ ਤੋਂ ਹੀ ਬਰਾਕ ਓਬਾਮਾ ਦੀ ਜਿਹੜੀ ਇਨਵਾਇਰਨਮੈਂਟਲ ਪਾਲਿਸੀ ਹੈ, ਕਲਾਈਮੇਟਸ ਦੇ ਉੱਤੇ ਜਿਹੜੀ ਪਾਲਿਸੀ ਹੈ, ਉਹ ਲਿਬਰਲ ਦੇ ਨਾਲ ਜ਼ਿਆਦਾ ਮੇਲ ਖਾਂਦੀ ਹੈ ਤੇ ਉਹ ਇਸ ਮੁੱਦੇ ਦੇ ਉੱਤੇ ਲੈ ਕੇ ਇਸ ਦੇ ਉੱਤੇ ਇਹਨੂੰ ਰੋਕ ਰਹੇ ਸੀਗੇ। ਪਰ ਡੋਨਲਡ ਟਰੰਪ ਨੇ ਆ ਕੇ ਇਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਸੀ, ਕਿਉਂਕਿ ਡੋਨਲਡ ਟਰੰਪ ਦੀ ਜਿਹੜੀ ਕਲਾਈਮੇਟ ਪਾਲਿਸੀ ਹੈ ਉਹ ਡਿਫਰੈਂਟ ਹੈ। ਸੋ ਹੁਣ ਵੀ ਜੇ ਆਪਾਂ ਕਹੀਏ ਕਿ ਇੱਕਦਮ ਹੀ ਇਹ ਅਲਬਰਟਾ ਦੀ ਜਿਹੜੀ ਆਇਲ ਦੀ ਪ੍ਰੋਡਕਸ਼ਨ ਹੈ ਉਸ ਨੂੰ ਝਟਕਾ ਲੱਗ ਜਾਵੇਗਾ। ਉਹ ਜਿਹੜੀ ਐਜ਼ ਇਟ ਇਜ਼ ਚੱਲ ਰਹੀ ਹੈ ਇਸ ਸਮੇਂ 5 ਲੱਖ ਬੈਰਲ ਜੋ ਟ੍ਰੇਨ ਰਾਹੀਂ ਜਾ ਰਿਹਾ, ਜਾਂ ਫਿਰ ਜਿਹੜੀ ਦੂਸਰੀ ਜਿਹੜਾ ਪਹਿਲੀ ਓਰੀਜਨਲ ਪਾਈਪਲਾਈਨ ਹੈ ਉਹਦੇ ਰਾਹੀਂ ਜਾ ਰਿਹਾ ਵਾ, ਇਟ ਵਿਲ ਸਟਿਲ ਕੀਪ ਔਨ ਗੋਇੰਗ। ਤੇ ਬਾਕੀ ਜਿਹੜੀ એનર્ਜੀ ਸੈਕਟਰ ਹੈ ਉਹਦੇ 'ਚ ਜਿਹੜਾ ਅਮਰੀਕਾ ਇਸ ਸਮੇਂ ਦੇਖ ਰਿਹਾ ਵਾ, ਉਹਨੂੰ ਕੈਨੇਡਾ ਤੋਂ ਹਾਲੇ ਏਡੀ ਜ਼ਰੂਰਤ ਵੀ ਨਜ਼ਰ ਨਹੀਂ ਆ ਰਹੀ ਕਿ ਉਹ ਜ਼ਿਆਦਾਤਰ ਆਪਣੇ ਹੀ ਪ੍ਰੋਡਕਟ ਦੇ ਉੱਤੇ ਇਸ ਸਮੇਂ ਫੋਕਸ ਕਰ ਰਿਹਾ ਆ। ਔਰ ਕੈਨੇਡਾ ਦੇ ਲਈ, ਸਾਡੇ ਲਈ ਇਹ ਵੱਡਾ ਸਭ ਤੋਂ ਝਟਕਾ ਇਸ ਲਈ ਹੈ, ਅਲਬਰਟਾ ਦੇ ਲਈ ਤੇ ਕੈਨੇਡਾ ਦੇ ਲਈ, ਪੂਰੇ ਲਈ, ਕਿ ਅਸੀਂ ਕੈਨੇਡਾ ਅਮਰੀਕਾ ਤੋਂ ਬਿਨਾਂ ਕਿਤੇ ਹੋਰ ਤੇਲ ਭੇਜ ਹੀ ਨਹੀਂ ਰਿਹਾਗਾ। ਜਿਹੜੀ ਪਾਈਪਲਾਈਨ ਕਿਊਬੈਕ ਤੋਂ ਤੱਕ ਲੈ ਕੇ ਜਾਣੀ ਸੀ, ਜਾਂ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਹਲੇ ਤਿਆਰ ਹੋ ਰਹੀ ਹੈ ਉਸ ਕੋਸਟ ਦੇ ਉੱਤੇ ਜਾਵੇਗੀ, ਉਸ ਤੋਂ ਦੂਜੇ ਮੁਲਕਾਂ ਨੂੰ ਹੋਰਾਂ ਥਾਵਾਂ ਦੇ ਉੱਤੇ, ਹੋਰਾਂ ਰਿਫਾਈਨਰੀਜ਼ ਦੇ ਉੱਤੇ ਤੇਲ ਜਾਵੇਗਾ, ਉਹਦੇ 'ਚ ਹਲੇ ਟਾਈਮ ਲੱਗੇਗਾ। ਪਰ ਕੈਨੇਡਾ ਕੋਲੇ ਹੋਰ ਕਿਤੇ ਤੇਲ ਭੇਜਣ ਦਾ ਸਾਧਨ ਹੀ ਨਹੀਂ। ਕੈਨੇਡਾ ਕੋਲੇ ਏਡੀ ਵੱਡੀ ਇਨਫਰਾਸਟ੍ਰਕਚਰ ਵੀ ਹੈ ਨਹੀਂਗੀ ਕਿ ਜਿੱਥੇ ਜਿੰਨਾ ਅਲਬਰਟਾ ਦੇ ਵਿੱਚ ਤੇਲ ਹੈ ਇਸ ਸਮੇਂ 3rd ਲਾਰਜੈਸਟ ਭੰਡਾਰ ਆ ਜਿਹੜਾ ਪੂਰੇ ਵਰਲਡ ਦੇ ਵਿੱਚ ਅਲਬਰਟਾ ਦੇ ਕੋਲੇ ਤੇਲ ਹੈ, ਕਿ ਉਹ ਅਮਰੀਕਾ ਤੋਂ ਬਿਨਾਂ ਕਿਤੇ ਹੋਰ ਭੇਜ ਸਕੇ। ਪਰ ਅਮਰੀਕਾ ਹਾਲੇ ਆਪਣੇ ਆਪ ਦੇ ਉੱਤੇ ਜ਼ਿਆਦਾ ਡਿਪੈਂਡ ਕਰਨਾ ਚਾਹੁੰਦਾ ਹੈ। ਅੱਗੇ ਚੱਲ ਕੇ ਆਪਾਂ ਇਸ ਦੇ ਉੱਤੇ ਹੋਰ ਡਿਸਕਸ ਕਰਾਂਗੇ ਕਿ ਜਿਹੜੀਆਂ ਜੋ ਬਾਈਡਨ ਦੀਆਂ ਪਾਲਿਸੀਜ਼ ਨੇ, ਜਿਵੇਂ ਡੋਨਲਡ ਟਰੰਪ ਨੇ ਗੱਲ ਕਰ ਦਿੱਤੀ ਸੀ ਕਿ ਬਾਏ ਅਮਰੀਕਨਸ ਤੋਂ ਅਮਰੀਕਾ ਨੂੰ ਆਪਾਂ ਗ੍ਰੇਟ ਬਣਾਉਣਾ ਆ, ਤੇ ਜੋ ਬਾਈਡਨ ਹੁਣ ਕਹਿੰਦਾ ਇਹਨੂੰ ਰਿਐਲਿਟੀ ਦੇ ਵਿੱਚ ਬਣਾਉਣਾ ਆ। ਸੋ ਉਹ ਕਿੰਨਾ ਕੁ ਉਸ ਨੂੰ ਰਿਐਲਿਟੀ ਦੇ ਵਿੱਚ ਲੈ ਕੇ ਜਾਂਦੇ ਆ, ਕਿੰਨਾ ਕੁ ਅਮਰੀਕਨਸ ਨੂੰ ਕਨਵਿੰਸ ਕਰ ਪਾਉਂਦੇ ਨੇ ਉਹ ਕਿ ਉਹ ਅਮਰੀਕਨ ਪ੍ਰੋਡਕਟ ਹੀ ਖਰੀਦਣ, ਇਸ ਦੇ ਉੱਤੇ ਆਪਾਂ ਨੂੰ ਨਜ਼ਰ ਰੱਖਣੀ ਪਵੇਗੀ। ਜੀ ਜੀ ਬਿਲਕੁਲ। ਔਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਅਮਰੀਕਨ ਪ੍ਰੋਜੈਕਟਸ ਦੀ, ਡੈਫੀਨੇਟਲੀ ਬਾਈਡਨ ਵੱਲੋਂ ਵੀ, ਜੋ ਬਾਈਡਨ ਵੱਲੋਂ ਵੀ ਬਾਏ ਅਮਰੀਕਨ ਪਾਲਿਸੀ ਲਿਆਂਦੀ ਜਾ ਰਹੀ ਹੈ। ਕੀ ਲੱਗਦਾ ਹੈ ਤੁਹਾਨੂੰ ਕਿ ਕੈਨੇਡਾ ਨੂੰ ਇਸ ਨਾਲ ਕਿੰਨਾ ਨੁਕਸਾਨ ਹੋ ਸਕਦਾ ਹੈ? ਕਿਉਂਕਿ ਕਾਫੀ ਵੱਡਾ ਜਿਹੜਾ ਉਹਨਾਂ ਨੇ ਅਨਾਉਂਸਮੈਂਟ, ਜਿਹੜੀ $400 ਬਿਲੀਅਨ ਉਹਨਾਂ ਨੇ ਇਨਵੈਸਟ ਕਰਨ ਦੇ ਲਈ ਕਿਹਾ ਹੈ, ਬਾਏ ਅਮਰੀਕਨ ਜਿਹੜਾ ਉਹਨਾਂ ਦਾ ਸਲੋਗਨ ਉਹ ਯੂਜ਼ ਕਰਦੇ ਆ। ਕਿਉਂਕਿ ਇਸ ਵੇਲੇ ਸਾਰੇ ਕੰਟਰੀ ਬੜੀ ਸਟਰਗਲ 'ਚ ਜਾ ਰਹੇ ਆ, ਸਪੈਸ਼ਲੀ ਪੈਂਡੈਮਿਕ ਦੇ ਕਰਕੇ। ਅਮਰੀਕਾ ਦੇ ਵਿੱਚ ਤੁਸੀਂ ਦੇਖਿਆ ਕਿ 100,000 ਦੇ ਕਰੀਬ ਐਵਰੀਡੇ ਜਿਹੜੇ ਕੇਸ ਨਵੇਂ ਉਹਨਾਂ ਦੇ ਕੋਲ ਆਉਂਦੇ ਆ। ਸੋ ਸਾਰੇ ਕੰਟਰੀ ਦੀ ਜਿਹੜੀ ਇਕੋਨਮੀ ਆ, ਪੈਂਡੈਮਿਕ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਸੋ ਇਸ ਕਰਕੇ ਸਾਰੇ ਆਪਣੇ ਆਪਣੇ ਕੰਟਰੀ 'ਤੇ ਜ਼ਿਆਦਾ ਫੋਕਸ ਕਰ ਰਹੇ ਆ। ਸੋ ਉਹ ਵੀ ਇਸ ਕਰਕੇ ਮੇਰਾ ਖਿਆਲ ਜਿਹੜਾ ਆ ਪਾਲਿਸੀ ਨੂੰ ਪੁਸ਼ ਕਰ ਰਹੇ ਆ ਕਿ ਆਪਣਾ ਪ੍ਰੋਡਕਟ ਜਿਹੜਾ ਜ਼ਿਆਦਾ ਮੂਵ ਕੀਤਾ ਜਾਵੇ, ਇੰਸਟੈਡ ਬਾਹਰੋਂ ਵੀ ਜਿਹੜੀਆਂ ਹੁਣ ਜੌਬਸ ਵੀ ਬਾਹਰ ਸੀਗੀਆਂ ਉਹਨੂੰ ਵੀ ਉਹ ਟਰਾਈ ਕਰ ਰਿਹਾ ਕਿ ਇੰਟਰਨਲੀ ਜੇ ਉਹ ਕੁਛ ਕ੍ਰੀਏਟ ਕਰ ਸਕਦੇ। ਉਹਦੇ 'ਚ ਵੀ ਉਹਨਾਂ ਨੇ ਅਨਾਊਂਸ ਕੀਤਾ ਕਿ ਅਨਐਮਪਲੋਇਮੈਂਟ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਓਵਰ $300 ਬਿਲੀਅਨ ਉਹਦੇ ਲਈ ਐਲੋਕੇਸ਼ਨ ਜਿਹੜੀ ਕੀਤੀ ਹੈ। ਸੋ ਸਾਰੇ ਹੀ ਕਿਉਂਕਿ ਕੋਈ ਵੀ ਜੋ ਉਹ ਨਵੇਂ ਪ੍ਰੈਜ਼ੀਡੈਂਟ ਬਣੇ ਆ, ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਕੰਟਰੀ ਦਾ ਸੋਚਣਾ, ਬਾਕੀ ਬਾਅਦ ਵਿੱਚ ਆ। ਪਰ ਸਾਡੀ ਇਕੋਨਮੀ ਜਿਹੜੀ ਆ ਉਹ ਅਮਰੀਕਾ ਦੇ ਨਾਲ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ, ਕਿਉਂਕਿ ਅਸੀਂ ਨੇਬਰਿੰਗ ਕੰਟਰੀ ਆ। ਜਿਹੜੀਆਂ ਉਹਨਾਂ ਦੀਆਂ ਜੋ ਵੀ ਪਾਲਿਸੀਆਂ ਬਣਾਉਂਦੇ, ਉਹਦਾ ਕਾਫੀ ਵੱਡਾ ਇਫੈਕਟ ਸਾਡੀ ਇਕੋਨਮੀ ਤੇ ਸਾਡੇ ਕੰਟਰੀ ਤੇ ਹੈ ਆਲਵੇਜ਼। ਜੀ ਜੀ ਬਿਲਕੁਲ। ਪਰਮਿੰਦਰ ਜੀ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਜਿਹੜੇ ਡੋਨਲਡ ਟਰੰਪ ਸੀਗੇ ਉਹ ਕੀਸਟੋਨ ਪਾਈਪਲਾਈਨ ਦੇ ਹੱਕ ਦੇ ਵਿੱਚ ਸੀਗੇ, ਪਰ ਕਿਉਂਕਿ ਹੁਣ ਜਦ ਉਹਨਾਂ ਨੇ ਪ੍ਰੋਜੈਕਟ ਜੋ ਬਾਈਡਨ ਨੇ ਆ ਕੇ ਇਸ ਨੂੰ ਕੈਂਸਲ ਕਰ ਦਿੱਤਾ ਹੈ, ਕਿਉਂਕਿ ਡੋਨਲਡ ਟਰੰਪ ਹੁਣ ਚਲੇ ਗਏ ਨੇ, ਉਹਨਾਂ ਦੇ ਜਾਣ ਨਾਲ ਕੀ ਕੈਨੇਡਾ ਨੂੰ ਇੱਕ ਵੱਡਾ ਨੁਕਸਾਨ ਹੋਇਆ ਹੈ? ਸਪੈਸ਼ਲੀ ਜੇ ਆਪਾਂ ਪਾਈਪਲਾਈਨ ਦੀ ਗੱਲ ਕਰਦੇ ਹਾਂ ਤਾਂ ਇਹ ਬਹੁਤ ਇੱਕ ਵੱਡਾ ਝਟਕਾ ਜਿਹਨੂੰ ਕਹਿ ਸਕਦੇ ਹੋ ਹੈ, ਕਿਉਂਕਿ ਇਹਦੇ ਤੇ ਬਹੁਤ ਜ਼ਿਆਦਾ ਪਾਈਪਲਾਈਨ ਦੇ ਨਾਲ ਰਿਲੇਟਡ ਹੀ ਕਿੰਨੀਆਂ ਜੌਬਸ ਜਿਹੜੀਆਂ ਸੀਗੀਆਂ, ਤੇ ਪਾਈਪਲਾਈਨ ਦੇ ਥਰੂ ਕਿੰਨਾ ਜ਼ਿਆਦਾ ਆਇਲ ਜਿਹੜਾ ਤੁਸੀਂ ਐਕਸਪੋਰਟ ਕਰ ਸਕਦੇ ਆ। ਸੋ ਜਿੱਦਾਂ ਗਰੇਵਾਲ ਸਾਹਿਬ ਨੇ ਦੱਸਿਆ ਕਿ ਟ੍ਰੇਨ ਦੇ ਥਰੂ ਜਾ ਰਿਹਾ, ਹੋਰ ਚੀਜ਼ਾਂ ਆਪਾਂ ਯੂਜ਼ ਕਰ ਰਹੇ ਹਾਂ, ਪਰ ਕਪੈਸਿਟੀ ਜਿਹੜੀ ਆ ਉਹਨੂੰ ਇਨਕਰੀਜ਼ ਕਰਨ ਦੇ ਲਈ ਪਾਈਪਲਾਈਨ ਬਹੁਤ ਜ਼ਰੂਰੀ ਸੀ। ਤੇ ਐਡੀ ਵੱਡੀ ਇੰਡਸਟਰੀ ਜਿਹੜੀ ਆ ਉਹਦੇ ਤੇ ਡਿਪੈਂਡ ਕਰਦੀ ਸਾਰੀ ਚੀਜ਼ ਤੇ। ਜੀ ਤੇ ਆਈ ਥਿੰਕ ਜਿਹੜੀ ਜ਼ਿਆਦਾ ਉਹ, ਕਿਉਂਕਿ ਇਹ ਕਲਾਈਮੇਟ ਦੀ ਪਾਲਿਸੀ ਤੇ ਜ਼ਿਆਦਾ ਫੋਕਸ ਆ, ਸੋ ਤਾਂ ਕਰਕੇ ਮੈਨੂੰ ਲੱਗਦਾ ਇਹਨਾਂ ਨੇ ਥੋੜਾ ਇਸ ਚੀਜ਼ ਨੂੰ ਪੁਸ਼ ਕੀਤਾ। ਪਰ ਆਈ ਥਿੰਕ
ਕੰਟਰੀ ਜਿਹੜੇ ਇੱਕ ਦੂਜੇ ਦੇ ਨਾਲ ਆਲਵੇਜ਼ ਨੈਗੋਸ਼ੀਏਟ ਕਰਨਾ ਪੈਂਦਾ, ਗੱਲਾਂ ਕਰਨੀਆਂ ਪੈਂਦੀਆਂ। ਹਾਲੇ ਤੇ ਸ਼ੁਰੂਆਤ ਆ, ਹਾਲੇ ਥੋੜਾ ਅੱਗੇ ਜਾ ਕੇ ਪਤਾ ਲੱਗੇਗਾ ਕੀ ਹੁੰਦਾ। ਜੀ ਜੀ ਬਿਲਕੁਲ, ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਸਾਡੀ ਗੱਲਬਾਤ ਚੱਲ ਰਹੀ ਹੈ ਪੰਜਾਬੀ ਪੋਸਟ ਦੇ ਚੀਫ ਐਡੀਟਰ ਜਗਦੀਸ਼ ਗਰੇਵਾਲ ਅਤੇ ਡੈਜ਼ਾਰਡਿਨਸ ਫਾਈਨੈਂਸ਼ੀਅਲ ਸਿਕਿਉਰਿਟੀ ਇੰਡੀਪੈਂਡੈਂਟ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਪਰਮਿੰਦਰ ਚੌਹਾਨ ਜੀ ਦੇ ਨਾਲ। ਜਿਸ ਤਰ੍ਹਾਂ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ, ਜੋ ਬਾਈਡਨ ਦੀ ਪ੍ਰੈਜ਼ੀਡੈਂਸੀ ਦਾ ਕੈਨੇਡਾ ਤੇ ਅਮਰੀਕਾ ਦੇ ਰਿਸ਼ਤਿਆਂ ਉੱਤੇ ਕਿਸ ਤਰ੍ਹਾਂ ਦਾ ਅਸਰ ਪੈ ਸਕਦਾ ਹੈ। ਜਗਦੀਸ਼ ਜੀ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ, ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਨੂੰ ਕਿਸ ਤਰ੍ਹਾਂ ਦੀਆਂ ਓਪਰਚੁਨਿਟੀਜ਼ ਅਤੇ ਚੈਲੰਜਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਬਿਸਾਈਡ ਆਇਲ ਇੰਡਸਟਰੀ ਤੋਂ એનર્ਜੀ ਸੈਕਟਰ ਤੋਂ ਇਲਾਵਾ ਜਿਹੜੇ 2-3 ਹੋਰ ਵੱਡੇ ਸੈਕਟਰ ਨੇ ਜਿਹਦੇ ਵਿੱਚ ਕੈਨੇਡਾ ਅਮਰੀਕਾ ਆਪਸ ਵਿੱਚ ਹੀ ਟ੍ਰੇਡ ਕਰਦੇ ਨੇ। ਬ੍ਰਿਟਿਸ਼ ਕੋਲੰਬੀਆ ਦਾ ਬਹੁਤਾ ਟ੍ਰੇਡ ਆਪਣਾ ਸੌਫਟ ਲੰਬਰ ਦੇ ਉੱਤੇ ਨਿਰਭਰ ਹੈ ਕਿ ਜਿਹੜਾ ਸੌਫਟ ਲੰਬਰ ਆਪਣਾ ਬ੍ਰਿਟਿਸ਼ ਕੋਲੰਬੀਆ 'ਚ ਪ੍ਰੋਡਿਊਸ ਹੁੰਦਾ ਉਹ ਅਮਰੀਕਾ ਜਾਂਦਾ ਹੈ। ਹੁਣ ਜਿਹੜਾ ਆਪਣੇ ਇੱਥੇ ਸਿਸਟਮ ਹੈ ਸੌਫਟ ਲੰਬਰ ਦਾ, ਜਿਹੜੇ ਸਾਰੇ ਜ਼ਿਆਦਾਤਰ ਲੰਬਰ ਨੂੰ ਓਨ ਕਰਦੇ ਆ ਗਵਰਨਮੈਂਟ, ਪ੍ਰੋਵਿੰਸਸ ਓਨ ਕਰਦੀਆਂ ਨੇ ਤੇ ਉਹ ਸਬਸਿਡੀ ਦਿੱਤੀਆਂ ਨੇ ਲੰਬਰ ਨੂੰ ਕੱਟਣ ਤੱਕ ਤੇ ਫਿਰ ਉਸ ਨੂੰ ਤਿਆਰ ਕਰਨ ਤੱਕ ਤੇ ਬਾਹਰ ਭੇਜਣ ਤੱਕ। ਪਰ ਅਮਰੀਕਾ ਦੇ ਵਿੱਚ ਜਿਹੜੇ ਲੰਬਰ ਪ੍ਰੋਡਿਊਸਰ ਨੇ ਉਹਨਾਂ ਕੋਲੇ ਉਹ ਸਬਸਿਡੀਜ਼ ਹੈ ਨਹੀਂ ਗੀ। ਸੋ ਜਿਹੜੀ ਕੈਨੇਡੀਅਨ ਕਾਸਟ ਆ ਲੰਬਰ ਦੀ ਇਹਨੂੰ ਤਿਆਰ ਕਰਨ ਦੀ ਤੇ ਭੇਜਣ ਦੀ, ਉਹ ਅਮਰੀਕਾ ਦੇ ਮੁਕਾਬਲੇ ਬਹੁਤ ਥੋੜੀ ਹੈ। ਸੋ ਜਦੋਂ ਅਮਰੀਕਨ ਜਿਹੜਾ ਮੈਨੂਫੈਕਚਰਰ ਆ, ਅਮਰੀਕਨ ਲੋਕ ਨੇ, ਕਿਉਂਕਿ ਲੰਬਰ ਸਸਤਾ ਕੈਨੇਡਾ ਦਾ, ਇਸ ਨੂੰ ਖਰੀਦਣ ਦੇ ਲਈ ਸਸਤੀ ਚੀਜ਼ ਮਿਲਦੀ ਉਹਨਾਂ ਨੂੰ, ਇਹ ਖਰੀਦਣਗੇ। ਇਸ ਲਈ ਸਾਡੇ ਲੰਬਰ ਨੇ ਅਮਰੀਕਾ ਦੀ ਜਿਹੜੀ ਲੰਬਰ ਇੰਡਸਟਰੀ ਹੈ ਉਸ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ। ਡੋਨਲਡ ਟਰੰਪ ਨੇ ਇਸ ਤੇ ਟੈਰਿਫ ਲਾਉਣ ਦੀਆਂ ਵੀ ਗੱਲਾਂ ਕੀਤੀਆਂ ਸੀਗੀਆਂ। ਜੋ ਬਾਈਡਨ ਸਾਹਿਬ ਹੁਣ ਇਸ ਨੂੰ ਕਿਸ ਤਰ੍ਹਾਂ ਲੈਂਦੇ ਆ, ਇਸ ਦੇ ਉੱਤੇ ਕੀ ਵਿਚਾਰਾ ਕਰਦੇ ਨੇ, ਕੀ ਇਸ ਦੇ ਉੱਤੇ ਟੈਰਿਫ ਉਸੇ ਤਰ੍ਹਾਂ ਕੰਟੀਨਿਊ ਰੱਖਦੇ ਨੇ ਜਾਂ ਫਿਰ ਅਲਾਉ ਕਰਦੇ ਨੇ, ਇਹ ਨਿਰਭਰ ਹੋਵੇਗਾ। ਇਹ ਵੀ ਇੱਕ ਵੱਡਾ ਸਾਡਾ ਸੈਕਟਰ ਹੈ ਜਿਹੜਾ ਅਸੀਂ ਐਵਰੀਡੇ ਟ੍ਰੇਡ ਕਰਦੇ ਹਾਂ ਅਮਰੀਕਾ ਦੇ ਨਾਲ। ਇਹ ਤੋਂ ਇਲਾਵਾ ਜਿਹੜਾ ਸਾਡਾ ਦੂਸਰਾ ਵੱਡਾ ਸੈਕਟਰ ਹੈ ਐਗਰੀਕਲਚਰ ਦਾ ਆ, ਔਰ ਜਿਹੜੀ ਅਸੀਂ ਕੋਟਾ ਸਿਸਟਮ ਤੇ ਸਪਲਾਈ ਮੈਨੇਜਮੈਂਟ ਚੇਨ ਦਾ ਸਿਸਟਮ ਰੱਖਿਆ ਹੋਇਆ, ਉਹ ਤੋਂ ਵੀ ਅਮਰੀਕਾ ਬੜਾ ਖੁਸ਼ ਨਹੀਂ ਹੈ। ਡੈਰੀ ਪ੍ਰੋਡਕਟਸ ਦੇ ਉੱਤੇ, ਪੋਲਟਰੀ ਪ੍ਰੋਡਕਟਸ ਦੇ ਉੱਤੇ ਜਾਂ ਫਿਰ ਹੋਰ ਪ੍ਰੋਡਕਟਸ ਦੇ ਉੱਤੇ ਇਹ ਵੀ ਹੁਣ ਅਮਰੀਕਾ ਪਿਛਲਾ ਜਿਹੜਾ ਆਪਣਾ ਨਿਊ ਨਾਫਟਾ ਐਗਰੀਮੈਂਟ ਹੋਇਆ ਉਹਦੇ ਵਿੱਚ ਅਮਰੀਕਾ ਚਾਹੁੰਦਾ ਸੀਗਾ ਕਿ ਇਹ ਜਿਹੜਾ ਕੋਟਾ ਸਿਸਟਮ ਹੈ ਇੱਥੇ ਖਤਮ ਕਰ ਦਿੱਤਾ ਜਾਵੇ ਤੇ ਔਰ ਖੋਲ੍ਹ ਦਿੱਤੀ ਜਾਵੇ ਅਮਰੀਕਨ ਪ੍ਰੋਡਕਟਸ ਨੂੰ ਕੈਨੇਡਾ ਦੀ ਮਾਰਕੀਟ ਦੇ ਵਿੱਚ ਵੇਚਣ ਦੇ ਲਈ। ਜੇਕਰ ਅਮਰੀਕਨ ਆਪਣੇ ਡੈਰੀ ਪ੍ਰੋਡਕਟਸ ਖੁੱਲ੍ਹ ਕੇ ਕੈਨੇਡਾ ਦੇ ਵਿੱਚ ਵੇਚਦੇ ਨੇ ਜਾਂ ਫਿਰ ਆਪਣਾ ਦੂਸਰੇ ਪ੍ਰੋਡਕਟ ਜਿਹੜੇ ਖੁੱਲ੍ਹ ਕੇ ਆਪਣੇ ਇੱਥੇ ਪੋਲਟਰੀ ਪ੍ਰੋਡਕਟਸ ਵੇਚਦੇ ਨੇ, ਤਾਂ ਇੱਥੇ ਦੀ ਡੈਰੀ ਅਤੇ ਪੋਲਟਰੀ ਜਿਹੜੀ ਇੰਡਸਟਰੀ ਹੈ ਉਹ ਖਤਮ ਹੋ ਜਾਏਗੀ। ਪਰ ਉਹ ਆਲਰੇਡੀ ਨਿਊ ਨਾਫਟਾ ਦੇ ਵਿੱਚ ਨੈਗੋਸ਼ੀਏਸ਼ਨ ਹੋ ਚੁੱਕੀ ਹੈ ਕਿ ਜੋ ਬਾਈਡਨ ਸਾਹਿਬ ਇਸ ਨੂੰ ਦੁਬਾਰਾ ਖੋਲ੍ਹਣ ਲਈ ਗੱਲ ਕਰਨਗੇ ਜਾਂ ਨਹੀਂ। ਇਹ 4-5 ਆਪਣੇ ਵੱਡੇ ਸੈਕਟਰ ਨੇ ਜਿਹੜੇ ਨਿਰਭਰ ਕਰਦੇ ਨੇ। ਇਹਨਾਂ ਤੋਂ ਇਲਾਵਾ ਜਿਹੜਾ ਆਪਣਾ ਮਿਊਨਿਸਪਲ ਇਨਫਰਾਸਟ੍ਰਕਚਰ ਦਾ ਸਿਸਟਮ ਹੈ ਉਹਦੇ ਤੇ ਕੈਨੇਡਾ ਬਹੁਤ ਕੁਝ ਸਪਲਾਈ ਕਰਦਾ ਅਮਰੀਕਾ ਨੂੰ। ਇਸ ਸਮੇਂ ਕੈਨੇਡਾ ਅਮਰੀਕਾ ਦੀ ਇਹ ਗੱਲ ਦੀ ਖੁਸ਼ੀ ਆ, ਜਿਵੇਂ ਆਪਾਂ ਜੇ ਅਸੀਂ ਕੈਨੇਡਾ ਇੰਡੀਆ ਦਾ ਟ੍ਰੇਡ ਦੇਖਦੇ ਆ ਤਾਂ ਅਸੀਂ ਇੰਡੀਆ ਤੋਂ ਚੀਜ਼ਾਂ ਮੰਗਵਾਉਂਦੇ ਬਹੁਤ ਆ ਪਰ ਭੇਜਦੇ ਬਹੁਤ ਥੋੜੀਆਂ। ਪਰ ਕੈਨੇਡਾ ਤੇ ਅਮਰੀਕਾ ਦਾ ਜਿਹੜਾ ਬਾਇਲੈਟਰਲ ਟ੍ਰੇਡ ਹੈ, ਦੋਨਾਂ ਦਾ ਡੈਫਿਸਿਟ ਜਾਂ ਸਰਪਲਸ ਲਿਮਿਟ ਚ ਦੇ ਉੱਤੇ ਚੱਲਦਾ ਹੁੰਦਾ, ਮਾਰਜਨ ਜਿਹਾ ਹੁੰਦਾ ਹੈ ਕਿ ਜਿਹੜਾ ਅਸੈਪਟੇਬਲ ਹੈ। ਜੇ 600-700 ਬਿਲੀਅਨ ਡਾਲਰ ਦਾ ਟ੍ਰੇਡ ਹੋਇਆ ਇੱਕ ਸਾਲ ਦੇ ਵਿੱਚ ਤਾਂ 15-20 ਬਿਲੀਅਨ ਕੋਈ ਡੈਫਿਸਿਟ ਹੋ ਗਿਆ ਜਾਂ ਸਰਪਲਸ ਹੋ ਗਿਆ, ਜਿਹੜਾ ਕਿ ਠੀਕ ਹੈ, ਉਹ ਮੈਨੇਜੇਬਲ ਹੈ। ਔਰ ਇਸ ਨੂੰ ਅੱਗੇ ਕਿਸ ਤਰ੍ਹਾਂ ਜੋ ਬਾਈਡਨ ਦੀ ਪਾਲਿਸੀ ਲੈਂਦੀ ਹੈ ਜਾਂ ਫਿਰ ਸਾਡੇ ਜਸਟਿਨ ਟਰੂਡੋ ਸਾਹਿਬ ਕਿਸ ਤਰ੍ਹਾਂ ਉਸ ਨੂੰ ਨੈਗੋਸ਼ੀਏਟ ਕਰਦੇ ਨੇ, ਉਹ ਦੇਖਣਾ ਹੋਵੇਗਾ। ਪਿਛਲੀ ਵਾਰੀ ਨਿਊ ਨਾਫਟਾ ਦੇ ਵਿੱਚ ਕ੍ਰਿਸਟੀਆ ਫੀਲੈਂਡ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਸੀ ਕਿ ਆਉਣ ਵਾਲੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਨਾਲ ਵੀ ਸਾਡੇ ਕ੍ਰਿਸਟੀਆ ਫੀਲੈਂਡ ਜਾਂ ਫਿਰ ਸਾਡੀ ਲਿਬਰਲ ਗਵਰਨਮੈਂਟ ਵਧੀਆ ਭੂਮਿਕਾ ਨਿਭਾ ਸਕੇਗੀ, ਇਹ ਸਮਾਂ ਦੱਸੇਗਾ। ਜੀ, ਔਰ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਕੈਨੇਡਾ ਵੀ ਬਹੁਤ ਅਹਿਮ ਟ੍ਰੇਡਿੰਗ ਪਾਰਟਨਰ ਹੈਗਾ ਅਮਰੀਕਾ ਦਾ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਇੰਡਸਟਰੀ ਦੇ ਵਿੱਚ ਟ੍ਰੇਡਿੰਗ ਸਹਿਮਤੀ ਨਹੀਂ ਬਣਦੀ ਹੈ ਤੇ ਤੁਹਾਨੂੰ ਲੱਗਦਾ ਹੈ ਜਵਾਬੀ ਕਾਰਵਾਈ ਦੇ ਵਿੱਚ ਕੈਨੇਡਾ ਨੂੰ ਟ੍ਰੇਡ ਸੈਂਕਸ਼ਨਸ ਲਗਾਉਣੇ ਚਾਹੀਦੇ ਨੇ? ਜਿਹੜਾ ਇਸ ਸਮੇਂ ਦੋਨੇ ਪਾਸੇ ਦੀ ਐਡਮਿਨਿਸਟ੍ਰੇਸ਼ਨ ਹੈ ਬੜੀ ਡਿਪਲੋਮੈਟਿਕ ਹੈ, ਰਿਸਪੈਕਟਫੁਲ ਢੰਗ ਦੇ ਨਾਲ ਜੋ ਵੀ ਕੁਝ ਹੋਵੇਗਾ ਉਹ ਹੋਵੇਗਾ। ਕੋਈ ਵੀ ਇਸ ਸਮੇਂ ਅਮਰੀਕਨ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਅਨਪ੍ਰੈਡਿਕਟੇਬਲ ਨਹੀਂ ਰਹੇਗੀ ਪਹਿਲਾਂ ਵਾਂਗੂ। ਜਿਸ ਤਰ੍ਹਾਂ ਇੱਕ ਦਿਨ ਦੇ ਵਿੱਚ ਜਾਂ ਅਗਲੇ ਦਿਨ ਚੇਂਜ ਹੋ ਗਈ ਗੱਲਬਾਤ, ਜਿਵੇਂ ਪਿਛਲੀ G7 ਦੀ ਇੱਥੇ ਮੀਟਿੰਗ ਹੋਈ ਕੈਨੇਡਾ ਦੇ ਵਿੱਚ,
ਔਰ ਡੋਨਲਡ ਟਰੰਪ ਦੇ ਜਾਣ ਤੋਂ ਬਾਅਦ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸਟੇਟਮੈਂਟ ਦਿੱਤੀ ਉਹ ਤੇ ਡੋਨਲਡ ਟਰੰਪ ਬਹੁਤ ਖਫਾ ਹੋਏ ਤੇ ਰਾਈਟ ਵੇ ਉਹਨਾਂ ਨੇ ਨਵੇਂ ਟੈਰਿਫਸ ਦੇ ਐਲਾਨ ਕਰ ਦਿੱਤਾ ਕਿ ਜਿਹੜਾ ਜਸਟਿਨ ਟਰੂਡੋ ਬੜਾ ਡਿਸਓਨੈਸਟ ਪਰਸਨ ਕਹਿ ਕੇ। ਸੋ ਇਸ ਤਰ੍ਹਾਂ ਦੀ ਅਨਪ੍ਰੈਡਿਕਟੇਬਿਲਿਟੀ ਨਹੀਂ ਹੋਵੇਗੀ। ਦੋਨੇ ਐਡਮਿਨਿਸਟ੍ਰੇਸ਼ਨਸ ਨੇ ਔਰ ਦੋਨਾਂ ਦੇ ਜਿਹੜੇ ਜੋ ਬਾਈਡਨ ਸਾਹਿਬ ਹੈ ਭਾਵੇਂ ਜਸਟਿਨ ਟਰੂਡੋ ਸਾਹਿਬ ਹੈ ਇਹ ਰਿਸਪੈਕਟਫੁਲੀ ਅਤੇ ਬੜਾ ਡਿਪਲੋਮੈਟਿਕਲੀ ਕੰਮ ਕਰਨ ਦੀ ਸੰਭਾਵਨਾ ਮੈਨੂੰ ਲੱਗਦੀ ਹੈ ਤੇ ਦੋਨੇ ਪਾਸੇ ਜਿਹੜਾ ਕਿਸੇ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਇਆ ਇੱਕ ਜਿਹੜੀ ਸਮਝੌਤੇ ਵਾਲੀ ਨੀਤੀ ਦੇ ਉੱਤੇ ਚੱਲਣ ਦੀ ਉਮੀਦ ਮੈਨੂੰ ਹੈ ਸਭ ਕਸ ਤੋਂ। ਜੀ ਪਰਮਿੰਦਰ ਜੀ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਤੁਹਾਨੂੰ ਲੱਗਦਾ ਹੈ ਕਿ ਜੋ ਬਾਈਡਨ ਕੈਨੇਡੀਅਨਸ ਲਈ ਕਾਫੀ ਕੰਫਰਟੇਬਲ ਹੋਣਗੇ? ਮੈਨੂੰ ਵੀ ਲੱਗਦਾ ਜਿਹੜੀ ਬਾਈਡਨ ਸਾਹਿਬ ਦੀ ਅਪਰੋਚ ਆ ਉਹ ਡੋਨਲਡ ਟਰੰਪ ਹੋਣਾ ਦੀ ਤਰ੍ਹਾਂ ਕਿ ਮਿੰਟਾਂ ਸਕਿੰਟਾਂ 'ਚ ਖਫਾ ਹੋ ਕੇ ਉਹਨਾਂ ਨੇ ਚੀਜ਼ਾਂ ਚੇਂਜ ਕਰ ਦੇਣੀਆਂ। ਆਈ ਥਿੰਕ ਉਹ ਇੱਕ ਦੂਜੇ ਨੂੰ ਅੰਡਰਸਟੈਂਡ ਵੀ ਬੈਟਰ ਕਰਦੇ ਜਸਟਿਨ ਟਰੂਡੋ ਤੇ ਬਾਈਡਨ ਸਾਹਿਬ, ਤੇ ਕਾਫੀ ਪਾਲਿਸੀਜ਼ ਜਿਹੜੀਆਂ ਆ ਲਿਬਰਲ ਗੌਰਮੈਂਟ ਦੇ ਨਾਲ ਉਹਨਾਂ ਦੀਆਂ ਮੈਚ ਕਰਦੀਆਂ। ਸੋ ਮੇਰਾ ਖਿਆਲ ਕਾਫੀ ਵਧੀਆ ਦੋਨਾਂ ਦੀ ਨੈਗੋਸੀਏਸ਼ਨ ਰਹਿ ਗਈ ਕਿਉਂਕਿ ਅਸੀਂ ਦੋਨੋਂ ਕੰਟਰੀ ਇੱਕ ਦੂਜੇ ਦੇ ਬਹੁਤ ਜ਼ਿਆਦਾ ਡਿਪੈਂਡ ਕਰਦੇ ਹਾਂ। ਸਾਡਾ ਬਹੁਤ ਜ਼ਿਆਦਾ ਵਪਾਰ ਆ ਇੱਕ ਦੂਜੇ ਦੇ ਨਾਲ, ਅਸੀਂ ਚੀਜ਼ਾਂ ਕਿੰਨੀਆਂ ਉੱਧਰੋਂ ਭੇਜਦੇ, ਉੱਧਰੋਂ ਸਾਡੇ ਵੱਲ ਕਿੰਨੀਆਂ ਆਉਂਦੀਆਂ। ਸੋ ਆਈ ਥਿੰਕ ਮੇਰੇ ਹਿਸਾਬ ਦੇ ਨਾਲ ਇਹ ਰਿਲੇਸ਼ਨਸ਼ਿਪ ਜਿਹੜੀ ਦੋਨਾਂ ਕੰਟਰੀਆਂ ਦੇ ਵਿੱਚ ਆ ਅੱਗੇ ਨਾਲੋਂ ਬੈਟਰ ਹੋਏਗੀ। ਜੀ, ਜਿਸ ਤਰ੍ਹਾਂ ਬੀਤੇ ਸਾਲ ਅਸੀਂ ਵੇਖਿਆ ਸੀ ਕਿ ਅਮਰੀਕਾ ਦੀ ਮੰਗ ਉਤੇ ਕੈਨੇਡਾ ਵੱਲੋਂ ਚਾਈਨੀਜ਼ ਕੰਪਨੀ ਹੁਆਵੇ ਦੀ CFO ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਗ੍ਰਿਫਤਾਰੀ ਦੇ ਜਵਾਬ ਦੇ ਵਿੱਚ ਚਾਈਨਾ ਨੇ 2 ਕੈਨੇਡੀਅਨਸ ਨੂੰ ਡਿਟੇਨ ਕਰ ਲਿਆ। ਅੱਜ ਤੱਕ ਉਹ ਕੈਨੇਡੀਅਨਸ ਚਾਈਨਾ ਦੇ ਵਿੱਚ ਡਿਟੇਨ ਹਨ। ਤੁਹਾਨੂੰ ਲੱਗਦਾ ਹੈ ਕਿ ਜੋ ਬਾਈਡਨ ਦੀ ਪ੍ਰੈਜ਼ੀਡੈਂਸੀ ਦੇ ਨਾਲ ਇਹਨਾਂ 2 ਕੈਨੇਡੀਅਨਸ ਦੀ ਜਿਹੜੇ ਇਸ ਵੇਲੇ ਚਾਈਨਾ ਦੇ ਵਿੱਚ ਡਿਟੇਨ ਹਨ ਉਹਨਾਂ ਦੀ ਮਦਦ ਹੋ ਸਕਦੀ ਹੈ? ਮੈਨੂੰ ਲੱਗਦਾ ਕਿ ਇਹਨਾਂ ਦੀਆਂ ਸਟ੍ਰੈਟਜੀਜ਼ ਬੈਟਰ ਹੋਣਗੀਆਂ। ਇਹਨਾਂ ਦਾ ਕੰਮ ਕਰਨ ਦਾ ਸਟਾਈਲ ਡਿਫਰੈਂਟ ਆ। ਜਿੱਦਾਂ ਚਾਈਨਾ ਦੇ ਨਾਲ ਸਾਡੇ ਰਿਲੇਸ਼ਨ ਖਰਾਬ ਹੋਏ, ਵਾਵੇ ਦੀ CEO ਨੂੰ ਸਾਰਾ ਅਰੈਸਟ ਕਰਨਾ ਜਾਂ ਕੋਰਟ ਹੀਅਰਿੰਗ ਜਿੰਨੀਆਂ ਵੀ ਇੱਥੇ ਹੋਈਆਂ ਉਹਦੇ ਕਰਕੇ ਸਾਡਾ ਰਿਲੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕੈਨੇਡਾ ਦੇ ਰਿਲੇਸ਼ਨ ਦੇ ਵਿੱਚ ਫਰਕ ਪਿਆ ਚਾਈਨਾ ਦੇ ਨਾਲ, ਕਿਉਂਕਿ ਡੋਨਲਡ ਟਰੰਪ ਜਿਹੜੇ ਆ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਕਰ ਰਿਹਾ ਸੀ ਕਿਉਂਕਿ ਐਡੀ ਵੱਡੀ ਪਾਵਰ ਆ ਉਹ ਵਰਲਡ ਦੀ। ਉਹ ਡੈਮੋਕ੍ਰੇਸੀ ਕਿੰਨੀ ਵੱਡੀ ਆ, ਬੜਾ ਕੁਛ ਉਹ ਹੋਲਡ ਕਰਦੇ ਆ। ਸੋ ਮੇਰਾ ਖਿਆਲ ਇਹਨਾਂ ਦੀ ਜੋ ਬਾਈਡਨ ਸਾਹਿਬ ਦੀ ਜਿਹੜੀ ਪ੍ਰੈਜ਼ੀਡੈਂਸੀ ਆ ਇਹਦੇ ਦੌਰਾਨ ਬੜੀਆਂ ਚੀਜ਼ਾਂ ਚੇਂਜ ਹੋਣਗੀਆਂ। ਮੈਂ ਬਹੁਤ ਆਸਮੰਦ ਹਾਂ। ਜੀ ਜਗਦੀਸ਼ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ। ਜੀ ਦੇਖੋ, ਇਹ ਬਹੁਤ ਇੰਪੋਰਟੈਂਟ ਮਸਲਾ ਆ ਮੈਂਗ ਵਾਂਗਜੋ ਦਾ, ਜੋ ਉਸਦੀ ਇੱਥੇ ਹਾਊਸ ਅਰੈਸਟ ਕੀਤਾ ਹੋਇਆ ਤੇ ਜੋ ਉਸਤੇ ਐਕਸਟ੍ਰੈਡੀਸ਼ਨ ਦਾ ਕੇਸ ਅਮਰੀਕਾ ਦੇ ਵੱਲੋਂ ਇੱਥੇ ਕੈਨੇਡਾ ਦੇ ਵਿੱਚ ਚਲਾਇਆ ਜਾ ਰਿਹਾ। ਔਰ ਅੱਜ ਹੀ ਥੋੜੀ ਜਿਹੀ ਰਾਹਤ ਮਿਲੀ ਹੈ ਕੈਨੇਡਾ ਨੂੰ। ਇੱਕ ਮਾਈਕਲ ਦੇ ਨਾਲ ਉਹਦੇ ਕਾਉਂਸਲ ਦੀ ਜਿਹੜੀ ਗੱਲਬਾਤ ਕਰਨ ਦੇ ਲਈ ਚਾਈਨਾ ਨੇ ਅਲਾਉ ਕਰ ਦਿੱਤਾ। ਲੱਗਦਾ ਹੈ ਕਿ ਅਮਰੀਕਨਸ ਵੱਲੋਂ ਵੀ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਕੁਝ ਸੰਕੇਤ ਦਿੱਤੇ ਜਾ ਰਹੇ ਨੇ ਕੋਈ ਇਸ ਦੇ ਉੱਤੇ ਇੰਨਾ ਹੱਥ ਨਹੀਂ ਕਰਨਗੇ ਜਿੰਨਾ ਪਹਿਲਾਂ ਡੋਨਲਡ ਟਰੰਪ ਵੱਲੋਂ ਕੀਤਾ ਜਾ ਰਿਹਾ ਸੀ। ਇਹ ਇੱਕ ਛੋਟੀ ਜਿਹੀ ਘਟਨਾ ਨੇ ਕੈਨੇਡਾ ਦੀ ਇਕਨੋਮੀ ਹਿਲਾ ਕੇ ਰੱਖ ਦਿੱਤੀ ਸੀ। ਸਾਡਾ ਕੈਨੇਡਾ ਆਇਲ ਬੰਦ ਕਰ ਦਿੱਤਾ ਸੀ ਚੀਨ ਨੇ, ਔਰ ਸਾਡਾ ਪੋਰਕ ਤੇ ਸਾਡੀ ਬੀਫ ਪੰਪ ਬੰਦ ਕਰ ਦਿੱਤੀ ਸੀ, ਜਿਹਦੇ ਨਾਲ ਕੈਨੇਡਾ ਨੂੰ ਇੱਕ ਵੱਡਾ ਨੁਕਸਾਨ ਹੋਇਆ ਸੀ। ਇਹ ਵੀ ਇੱਕ ਬਹੁਤ ਇੰਪੋਰਟੈਂਟ ਮਸਲਾ ਹੈ। ਦੂਸਰਾ, ਚੌਹਾਨ ਸਾਹਿਬ ਨੇ ਜਿਹੜਾ ਮਸਲਾ ਛੋਇਆ ਇਮੀਗ੍ਰੇਸ਼ਨ ਦਾ, ਦੇਖੋ ਪਿਛਲੇ ਸਾਲਾਂ ਦੇ ਵਿੱਚ ਡੋਨਲਡ ਟਰੰਪ ਦੇ ਕਾਰਜਕਾਲ ਦੇ ਦੌਰਾਨ ਕਿੰਨੇ ਲੋਕ ਇਲੀਗਲੀ ਬਾਰਡਰ ਕ੍ਰਾਸ ਕਰਕੇ ਕੈਨੇਡਾ ਦੇ ਵਿੱਚ ਆਏ ਆ। ਭਾਵੇਂ ਹੁਣ ਸਾਡਾ ਐਗਰੀਮੈਂਟ ਹੈ, ਥਰਡ ਸੇਫ ਕੰਟਰੀ ਐਗਰੀਮੈਂਟ ਹੈ ਅਮਰੀਕਾ ਦੇ ਨਾਲ, ਕਿ ਜਿਹੜੇ ਇੱਥੇ ਆਉਂਦੇ ਨੇ ਜਿਨ੍ਹਾਂ ਨੇ ਆ ਕੇ ਅਮਰੀਕਾ 'ਚ ਰਿਫਿਊਜੀ ਅਪਲਾਈ ਕੀਤਾ ਉਹ ਕੈਨੇਡਾ 'ਚ ਰਿਫਿਊਜੀ ਅਪਲਾਈ ਨਹੀਂ ਕਰ ਸਕਦੇਗੇ। ਪਰ ਉਦੋਂ ਲੋਕ ਭੱਜ ਕੇ ਆ ਰਹੇ ਸੀ, ਡੋਨਲਡ ਟਰੰਪ ਤੋਂ ਡਰ ਕੇ ਇੱਧਰ ਸਾਰੇ ਆ ਰਹੇ ਸੀਗੇ। ਹੁਣ ਕੈਨੇਡਾ ਨੂੰ ਇਹ ਚੀਜ਼ ਦੀ ਰਾਹਤ ਜ਼ਰੂਰ ਮਿਲੇਗੀ। ਔਰ ਜਿਸ ਤਰ੍ਹਾਂ ਜੋ ਬਾਈਡਨ ਨੇ ਆਉਂਦਿਆਂ ਹੀ ਇਲੀਗਲ ਇਮੀਗ੍ਰੈਂਟਸ ਨੂੰ ਪੱਕੇ ਕਰਨ ਦੀ ਗੱਲ ਕੀਤੀ ਹੈ, ਜਿਹੜਾ ਹੁਣ ਇੱਥੇ ਇੰਨੇ ਲੱਖਾਂ ਰਿਫਿਊਜੀ ਆ ਚੁੱਕੇ ਨੇ ਬਾਰਡਰ ਦੇ ਰਾਹੀਂ, ਖਾਸ ਤੌਰ ਤੇ ਕਿਊਬੈਕ ਤੋਂ, ਫਿਰ ਕੁਝ ਬ੍ਰਿਟਿਸ਼ ਕੋਲੰਬੀਆ ਤੋਂ, ਸਸਕੈਚੁਅਨ ਤੋਂ ਤੇ ਹੋਰਾਂ ਇਲਾਕਿਆਂ ਦੇ ਬਾਰਡਰ ਕ੍ਰਾਸ ਕਰਕੇ ਇੱਥੇ ਆਏ ਨੇ, ਕਿ ਹੋ ਸਕਦਾ ਵਾਪਸ ਚਲੇ ਜਾਣ ਔਰ ਕੈਨੇਡਾ ਵੀ ਉਹਨਾਂ ਨੂੰ ਵਾਪਸ ਭੇਜੇਗਾ, ਕਿਉਂਕਿ ਸਾਡਾ ਥਰਡ ਸੇਫ ਕੰਟਰੀ ਜਿਹੜਾ ਐਗਰੀਮੈਂਟ ਆ ਉਹ ਅਲਾਉ ਨਹੀਂ ਕਰਦਾ ਕਿਸੇ ਵੀ ਪਰਸਨ ਨੂੰ ਜਿਹਨੇ ਕਿਸੇ ਇੱਕ ਦੂਸਰੇ ਕੰਟਰੀ 'ਚ ਰਿਫਿਊਜੀ ਅਪਲਾਈ ਕੀਤਾ ਉਹ ਆ ਕੇ ਕੈਨੇਡਾ 'ਚ ਰਿਫਿਊਜੀ ਅਪਲਾਈ ਕਰੇ। ਸੋ ਇਹਦੇ ਤੇ ਵੀ ਕੈਨੇਡਾ ਨੂੰ ਇੱਕ ਵੱਡੀ ਰਾਹਤ ਮਿਲੇਗੀ ਇਮੀਗ੍ਰੇਸ਼ਨ ਦੇ ਉੱਤੇ ਵੀ।
ਜੀ ਆਖਰੀ ਸਵਾਲ ਤੁਹਾਡੇ ਦੋਹਾਂ ਲਈ। ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਕੈਨੇਡਾ ਸੁਰੱਖਿਆ ਦੇ ਵਿੱਚ ਹੈਗਾ ਹੈ। ਜੇ ਦੇਖੀਏ ਤੇ ਕੈਨੇਡਾ ਨੂੰ ਵੈਕਸੀਨੇਸ਼ਨ ਦੀ ਸਪਲਾਈ ਵੀ ਫਿਲਹਾਲ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰੀਸੈਂਟਲੀ ਅਮਰੀਕਾ ਵੱਲੋਂ ਵੀ ਕੀਸਟੋਨ ਐਕਸਲ ਪਾਈਪਲਾਈਨ ਕੈਂਸਲ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਹੜੇ ਕੈਨੇਡਾ ਦੀ ਜਿਹੜੀ ਗਵਰਨਰ ਜਨਰਲ ਹੈ ਜੂਲੀ ਪੇਟ, ਉਹਨਾਂ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਹੈ। ਬਹੁਤ ਅਹਿਮ ਅਹੁਦਾ ਹੁੰਦਾ ਹੈ ਗਵਰਨਰ ਜਨਰਲ ਦਾ, ਅਸਤੀਫਾ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਜੇ ਅਸੀਂ ਓਵਰਆਲ ਪਰਫਾਰਮੈਂਸ ਦੇਖੀਏ ਕੈਨੇਡਾ ਦੀ ਵਰਲਡ ਸਟੇਜ ਦੇ ਉੱਤੇ, ਤੇ ਕੀ ਵਿਚਾਰ ਹੈਗਾ ਤੁਹਾਡੇ ਦੋਹਾਂ ਦਾ ਇਸ ਸੰਬੰਧੀ? ਇਹ ਤੇ ਮੈਂ ਕਹਾਂਗਾ ਕਿ ਵਰਲਡ ਲੈਵਲ ਦੇ ਉੱਤੇ ਕੈਨੇਡਾ ਦਾ ਅਕਸ ਇਸ ਸਮੇਂ ਕਾਫੀ ਵਿਗੜਿਆ ਹੋਇਆ ਹੈ। ਡੋਨਲਡ ਟਰੰਪ ਕੁਛ ਨਹੀਂ ਸਮਝਦੇ ਸੀਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ, ਫਿਰ ਚਾਈਨਾ ਹੋ ਗਿਆ, ਫਿਰ ਇੰਡੀਆ ਹੋ ਗਿਆ, ਫਿਰ ਹੋਰ ਕਿੰਨੇ ਮੁਲਕ ਹੋ ਗਏ। ਵੈਕਸੀਨੇਸ਼ਨ ਦੀ ਤੁਸੀਂ ਗੱਲ ਕੀਤੀ ਹੈ, ਕੈਨੇਡਾ ਹੁਣ 13ਵੇਂ ਨੰਬਰ ਦੇ ਉੱਤੇ ਚੱਲ ਰਿਹਾ ਵਾ, ਔਰ ਇਟਲੀ, ਫਰਾਂਸ, ਪੋਲੈਂਡ, ਈਵਨ ਇਹ ਛੋਟੇ ਕੰਟਰੀ ਆ, ਉਹ ਵੀ ਕੈਨੇਡਾ ਤੋਂ ਕਿਤੇ ਅੱਗੇ ਲੰਘ ਚੁੱਕੇ ਨੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ 17 ਵਾਰ ਫਾਈਜ਼ਰ ਦੇ CEO ਨੂੰ ਕਾਲ ਕੀਤੀ ਆ, ਤੇ ਇਹੀ ਕਾਰਨ ਹੈ ਕਿ ਜਿੱਥੇ ਈਵਨ ਇੰਡੀਆ ਵੀ ਆਪਣੇ ਲੋਕਾਂ ਨੂੰ ਵੈਕਸੀਨੇਸ਼ਨ ਦੇਣ ਦੇ ਵਿੱਚ ਅੱਗੇ ਨਿਕਲ ਚੁੱਕਿਆ ਕੈਨੇਡਾ ਤੋਂ, ਤੇ ਹੋਰ G7 ਦੇ ਕੰਟਰੀ ਤਾਂ ਆਲਰੇਡੀ ਅੱਗੇ ਹੈਗੇ ਨੇ ਕੈਨੇਡਾ ਤੋਂ। ਰਸ਼ੀਆ, ਚਾਈਨਾ ਤੇ ਹੋਰ ਜਿੰਨੇ ਕੰਟਰੀਆਂ ਦੀ ਅਸੀਂ ਗੱਲ ਕਰੀਏ, ਜੇ ਅਮਰੀਕਾ ਦੇ ਵਿੱਚ ਅੱਜ 16 ਮਿਲੀਅਨ ਲੋਕਾਂ ਨੂੰ ਟੀਕਾ ਲੱਗ ਚੁੱਕਿਆ, ਤੇ ਸਾਡੇ ਇੱਥੇ ਹਜੇ 1 ਮਿਲੀਅਨ ਦਾ ਨੰਬਰ ਵੀ ਅਸੀਂ ਕ੍ਰਾਸ ਨਹੀਂ ਕਰ ਪਾਏਗੇ। ਸੋ ਇਸ ਚੀਜ਼ ਦੇ ਉੱਤੇ ਪਤਾ ਨਹੀਂ ਕਿਉਂ ਸਾਡੀ ਐਡਮਿਨਿਸਟ੍ਰੇਸ਼ਨ ਇੱਥੋਂ ਦੀ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਦਾ ਇੰਨਾ ਦਬਦਬਾ ਨਹੀਂ ਨਜ਼ਰ ਆ ਰਿਹਾ ਕਿ ਜੇ ਉਹ ਗੱਲ ਕਹਿੰਦੇ ਨੇ ਤਾਂ ਉਹ ਪੂਰੀ ਹੋਵੇ। ਹੁਣ ਅੱਜ ਇਸ ਚੀਜ਼ ਦੇ ਉੱਤੇ ਮੇਰਾ ਖਿਆਲ ਜ਼ਰੂਰ ਗੱਲ ਹੋਵੇਗੀ ਐਜ਼ ਏ ਗੁੱਡ ਜੈਸਟਰ। ਜਿਹੜੇ ਆਪਣੇ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਹੈ ਉਹ ਕੁਝ ਹੋਰ ਜਿਹੜੀ ਹੈ ਰਿਲੀਜ਼ ਕਰੇਗੀ। ਹੁਣ ਫੈਬਰਰੀ ਦੇ ਵਿੱਚ ਆਉਣ ਵਾਲੇ 4 ਹਫ਼ਤੇ ਲਗਾਤਾਰ ਬਹੁਤ ਥੋੜੀ ਸਾਨੂੰ ਡੋਜ਼ਸ ਮਿਲਣੀ ਹੈ। ਮੈਨੂੰ ਇਹ ਉਮੀਦ ਹੈ ਕਿ ਅਮਰੀਕਾ ਆਪਣੇ ਕੁਝ ਹੋਰ ਜਨਰਲਸ ਹੋਵੇਗੀ ਤੇ ਕੈਨੇਡਾ ਨੂੰ ਵੈਕਸੀਨ ਬਰਾਬਰ ਦੀ ਦੇਵੇਗੀ। ਜੀ ਪਰਮਿੰਦਰ ਜੀ, ਇਸ ਬਾਰੇ ਤੁਹਾਡੀ ਰਾਏ ਜਾਨਣਾ ਚਾਹਾਂਗੇ। ਹਾਂਜੀ, ਮੈਨੂੰ ਵੀ ਇਸ ਤਰ੍ਹਾਂ ਹੀ ਲੱਗ ਰਿਹਾ, ਕਿਉਂਕਿ ਪੈਂਡੈਮਿਕ ਦੇ ਡਿਊਰਿੰਗ ਇਕਨੋਮੀ ਦੇ ਉੱਤੇ ਇਸ ਚੀਜ਼ ਦਾ, ਕਰੋਨਾ ਵਾਇਰਸ ਦਾ ਬਹੁਤ ਵੱਡਾ ਇਫੈਕਟ ਹੈਗਾ ਕੈਨੇਡਾ ਦੇ ਉੱਤੇ ਵੀ। ਤੇ ਲੈਕ ਆਫ ਜਿਹੜੀ ਸਾਡੀ ਵੈਕਸੀਨੇਸ਼ਨ ਆ, ਸਾਨੂੰ ਇਨਫ ਡੋਜ਼ਸ ਨਹੀਂ ਮਿਲਣੀਆਂ, ਐਵਰੀ ਵੀਕ ਸ਼ਾਰਟੇਜ ਹੋਣੀ, ਅਗਲੀ ਵੀਕ ਜਿੱਦਾਂ ਕਾਫੀ ਕੋਟਾ ਉਹਨਾਂ ਨੇ ਘਟਾ ਦਿੱਤਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਅਫੈਕਟ ਕਰਦੀਆਂ। ਆਈ ਥਿੰਕ ਅਮਰੀਕਾ ਇਸ ਵੇਲੇ ਇਸ ਪੋਜੀਸ਼ਨ 'ਚ ਹੈ ਜਿਹੜਾ ਕਿ ਸਾਨੂੰ ਥੋੜ੍ਹੀ ਰਾਹਤ ਇਸ ਚੀਜ਼ 'ਚ ਮਿਲ ਸਕਦੀ। ਤੇ ਹੋਰ ਵੀ ਕੰਪਨੀਆਂ ਮੈਨੂੰ ਲੱਗਦਾ ਪਰ ਆ ਰਹੀਆਂ, ਵੈਕਸੀਨ ਆ ਰਹੀ ਆ, ਪਰ ਕਿਉਂਕਿ ਉਹ ਸਟਿਲ ਮਈ ਜੂਨ ਤੱਕ ਸ਼ਾਇਦ ਆਏਗੀ, ਕਿ ਉਹਦੇ ਨਾਲ ਕੇਸ ਕਾਊਂਟ ਜਿਹਦਾ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ, ਡੈਥ ਟੋਲ ਕਿੰਨਾ ਉੱਪਰ ਚਲ ਗਿਆ, 4000-5000 ਕੇਸਿਸ ਐਵਰੀ ਡੇ ਆਉਣੇ। ਇਟਸ ਅ ਬਰਡਨ, ਬਹੁਤ ਵੱਡਾ ਬਰਡਨ ਜਿਹੜਾ ਸਾਡੇ ਹੈ ਹੈਲਥ ਕੇਅਰ ਸਿਸਟਮ ਦੇ ਉੱਤੇ ਹੈ। ਜਿਹਨੂੰ ਆਪਾਂ ਕੰਟਰੋਲ 'ਚ ਨਹੀਂ ਰਹਿੰਦਾ ਤੇ ਦੈਨ ਵੀ ਫੇਸ ਲੋਟ ਆਫ ਅਦਰ ਚੈਲੰਜਸ। ਜੀ ਬਹੁਤ ਧੰਨਵਾਦ ਤੁਹਾਡੇ ਦੋਹਾਂ ਦਾ ਸਾਡੇ ਨਾਲ ਜੁੜਨ ਦੇ ਲਈ ਅਤੇ ਸਾਰੀ ਜਾਣਕਾਰੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ। ਥੈਂਕ ਯੂ ਐਂਡ ਪਲੀਜ਼ ਸਟੇ ਸੇਫ। ਥੈਂਕ ਯੂ, ਧੰਨਵਾਦ। ਥੈਂਕ ਯੂ ਤੁਹਾਡਾ ਬਹੁਤ ਆਪਣੇ ਚੈਨਲ ਤੇ ਟਾਈਮ ਦੇਣ ਦੇ ਲਈ ਤੇ ਲੋਕਾਂ ਦੇ ਰੂਬਰੂ ਹੋਣ ਦੇ ਲਈ। ਥੈਂਕ ਯੂ ਵੈਰੀ ਮਚ। ਥੈਂਕ ਯੂ। ਸੋ ਇਨਫੋਕਸ ਦੇ ਅੱਜ ਦੇ ਇਸ ਐਪੀਸੋਡ ਵਿੱਚ ਐਸੀ ਸਾਡੀ ਖਾਸ ਗੱਲਬਾਤ। ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਅਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।